ਸੁਮੇਲ ਦਿੱਲੀ ਦੇ ਵਿੱਚ ਪੰਜਾਬੀ ਦਾ ਮੋਰਚਾ, ਅਡਹੌਕ ਦੇ ਜਿਹੜੇ ਅਧਿਆਪਕਾਂ ਦੀ ਉਹਨਾਂ ਦਾ ਸੰਘਰਸ਼ ਅਤੇ ਐਕਡੈਮਿਕ ਫਰੀਡਮ ਦੀ ਜਿਹੜੀ ਲੜਾਈ, ਇਹ ਜਿਹੜੀਆਂ ਸਾਰੀਆਂ ਲੜਾਈਆਂ 'ਚੋਂ ਲੰਘਦੇ ਹੋਏ ਆਮ ਆਦਮੀ ਪਾਰਟੀ ਨਾਲ ਤੁਸੀਂ ਕਿਵੇਂ ਜੁੜ ਗਏ? ਇੱਕ ਤੇ ਦਿੱਲੀ ਸ਼ਹਿਰ ਲਗਾਤਾਰ ਜਿਸ ਕਿਸਮ ਦੇ ਸਕੈਮ ਅਤੇ ਸਕੈਂਡਲਾਂ ਦੀ ਰਾਜਧਾਨੀ ਬਣਿਆ ਰਿਹਾ, ਜਿਸ ਤਰ੍ਹਾਂ ਦੇ ਨਾਲ ਦਿੱਲੀ ਦੇ ਵਿੱਚ ਹੋਰ ਸਰਗਰਮੀਆਂ ਵੀ ਚੱਲਦੀਆਂ ਰਹੀਆਂ, ਕਿਉਂਕਿ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਜਾਂ ਹੋਰਾਂ ਨੂੰ ਵੀ ਅਸੀਂ ਲੰਬੇ ਸਮੇਂ ਤੋਂ ਜਾਣਦੇ ਹੀ ਸੀ, ਵਾਹ ਚਾਹੇ ਉਹਨਾਂ ਨਹੀਂ ਸੀ। ਖੁਦ ਅਸੀਂ ਵੀ ਇਹਨਾਂ ਸਾਰੇ ਫੀਲਡਾਂ ਦੇ ਵਿੱਚ ਵੱਖ-ਵੱਖ ਪੱਧਰਾਂ ਦੇ ਉੱਤੇ ਸਰਗਰਮ ਵੀ ਰਹੇ ਸੀ। ਇਹ ਬਣਿਆ ਕਿ ਜਦੋਂ ਅਸੀਂ ਆਪਣੀ ਪੰਜਾਬੀ ਬੋਲੀ ਮੋਰਚੇ ਦੇ ਦੌਰਾਨ ਦਿੱਲੀ ਦੇ ਲਈ ਪੰਜਾਬੀ ਚਾਰਟਰ ਖੜ੍ਹਾ ਕੀਤਾ, ਤਾਂ ਇਸ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਮੈਨੀਫੈਸਟੋ ਦਾ ਹਿੱਸਾ ਬਣਾਇਆ। ਇੱਥੋਂ ਤੱਕ ਵੀ ਕਿ ਸਾਡੇ ਪ੍ਰੋਗਰਾਮਾਂ ਦੇ ਵਿੱਚ ਵੀ ਆ ਕੇ ਇਹਨਾਂ ਦੇ ਵੱਡੇ ਨੇਤਾ ਸ਼ਿਰਕਤ ਕਰਦੇ ਰਹੇ, ਯੋਗਿੰਦਰ ਯਾਦਵ, ਮਨੀਸ਼ ਸਿਸੋਦੀਆ, ਪੰਕਜ ਪੁਸ਼ਕਰ ਅਤੇ ਉਹਨਾਂ ਦੇ ਹੋਰ ਵੀ ਜਿਹੜੇ ਅੱਜ ਕੱਲ੍ਹ MLA ਨੇ। ਜਰਨੈਲ ਸਿੰਘ ਹੁਣਾਂ ਨੂੰ ਮੈਂ ਬੜੇ ਮੋਹ ਨਾਲ ਯਾਦ ਕਰਦਾ, ਜਿਹੜੇ ਤਿਲਕ ਨਗਰ ਤੋਂ ਨੇ ਜਾਂ ਜਿਹੜੇ ਹੋਰ ਸੱਜਣ ਨੇ। ਲਗਾਤਾਰ ਉਹਨਾਂ ਦੇ ਨਾਲ ਸੰਪਰਕ ਵੀ ਰਿਹਾ ਅਤੇ ਅੰਨਾ ਹਜ਼ਾਰੇ ਦੀ ਜੋ ਰਾਮਲੀਲਾ ਮੈਦਾਨ ਦੇ ਵਿੱਚ ਇੱਕ ਵਿਸ਼ਾਲ ਔਰ ਮੈਂ ਸਮਝਦਾ ਕਿ ਇੱਕ ਬੜੀ ਇਤਿਹਾਸਕ ਉਹ ਸਾਰੀ ਐਜੀਟੇਸ਼ਨ ਸੀ, ਉਹਦੇ ਵਿੱਚ ਵੀ ਅਸੀਂ ਸ਼ਾਮਿਲ ਰਹੇ, ਪੇਸ਼ ਰਹੇ ਔਰ ਇਹ ਵੇਖਿਆ ਕਿ ਲੋਕ ਜਿਸ ਵੱਡੀ ਪੱਧਰ ਦੇ ਉੱਤੇ ਇੱਧਰਲੇ ਪਾਸੇ ਕੁਝ ਨਵਾਂ ਆਲਟਰਨੇਟਿਵ ਖੜ੍ਹਾ ਕਰਨ ਦੇ ਲਈ ਵੀ ਔਲ ਰਹੇ ਨੇ, ਸ਼ਬਦ ਨਹੀਂ ਮਿਲ ਰਹੇ, ਉਹਨਾਂ ਦੇ ਕੋਲੋਂ ਗੱਲ ਨਹੀਂ ਸਾਂਭੀ ਜਾ ਰਹੀ, ਪਰ ਇਹਦੇ ਵਿੱਚ ਕੁਝ ਬੜੀਆਂ ਨਵੀਆਂ ਚੀਜ਼ਾਂ ਵੀ ਉਹਦੇ ਵਿੱਚ ਦੇਖਣ ਨੂੰ ਮਿਲੀਆਂ। ਗੁੱਸਾ ਸਮੇਂ ਦੀਆਂ ਸਰਕਾਰਾਂ ਦੇ ਪ੍ਰਤੀ ਤਾਂ ਜਿਹੜਾ ਸੀ ਉਹ ਸੀ ਹੋਈ। ਉਸ ਸਮੇਂ ਮੈਂ ਇਹ ਵੀ ਸਮਝਦਾ ਕਿ ਅਰਵਿੰਦ ਕੇਜਰੀਵਾਲ ਨੇ ਉਸ ਇੱਕ ਫਰਮੈਂਟ ਨੂੰ ਫੋਕਸ ਕਰਨ ਦੇ ਵਿੱਚ ਇੱਕ ਆਪਣਾ ਮੋਢੀ ਰੋਲ ਇੱਕ ਅਦਾ ਕੀਤਾ। ਹਿਸਟਰੀ ਉਸ ਨੂੰ ਵੀ ਯਾਦ ਰੱਖੇਗੀ। ਉਸ ਤੋਂ ਬਾਅਦ ਉਹ ਗੱਲ ਖਿਲਰੀ ਹੈ, ਉਹ ਇੱਕ ਜੁਦਾ ਮਸਲਾ ਹੈ, ਉਹਦੇ ਉੱਤੇ ਵੀ ਚਰਚਾ ਕਰਾਂਗੇ। ਔਰ ਉਸੇ ਸਮੇਂ ਮੈਂ ਇਹ ਦੇਖ ਰਿਹਾ ਕਿ ਪ੍ਰਸ਼ਾਂਤ ਭੂਸ਼ਣ ਜੀ ਲਗਾਤਾਰ ਆਪਣੀ ਸਰਗਰਮੀ ਦੇ ਰਾਹੀਂ ਸਰਕਾਰ ਦੇ ਸਕੈਂਡਲਾਂ ਨੂੰ ਬੇਨਕਾਬ ਕਰ ਰਹੇ ਨੇ, ਸਾਹਮਣੇ ਲਿਆ ਰਹੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਵੱਡੇ ਅਦਾਰੇ ਦੇਸ਼ ਦੇ ਸੋਮਿਆਂ ਦੀ ਲੁੱਟ ਕਰਨ ਲੱਗੇ ਹੋਏ ਨੇ, ਲੋਕਾਂ ਨੂੰ ਵਾਹੁਣ ਲੱਗੇ ਹੋਏ ਨੇ ਔਰ ਇਹ ਸਾਰੀਆਂ ਚੀਜ਼ਾਂ ਦੀ ਇੱਕ ਉੱਥੇ ਘਰਸ਼ਣ ਅਤੇ ਇਹਦੇ 'ਚੋਂ ਇੱਕ ਬੜੀ ਹੀਟ ਉੱਥੇ ਪੈਦਾ ਹੋਣੀ ਸ਼ੁਰੂ ਹੋਈ। ਇਹ ਸਾਰੀ ਚੀਜ਼ ਦੇ ਵਿੱਚ ਵੀ ਅਸੀਂ ਸ਼ਾਮਿਲ ਰਹੇ। ਅੰਨਾ ਹਜ਼ਾਰੇ ਦੀ ਮੂਵਮੈਂਟ ਨੂੰ ਵੀ ਬਹੁਤ ਨੇੜਿਓਂ ਦੇਖਿਆ, ਸ਼ਾਮਿਲ ਰਹੇ। ਫਿਰ ਆਪਣੀਆਂ ਐਜੀਟੇਸ਼ਨਸ ਵੀ ਚੱਲਦੀਆਂ ਰਹੀਆਂ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਬੰਦਿਆਂ ਦੀ ਸਰਗਰਮੀ ਰਹੀ। ਸਾਡੇ ਜਦੋਂ ਉਹਨਾਂ ਨੇ ਸਾਡੀਆਂ ਮੰਗਾਂ ਆਪਣੇ ਮੈਨੀਫੈਸਟੋ ਦੇ ਵਿੱਚ ਸ਼ਾਮਿਲ ਕਰ ਲਈਆਂ, ਸਾਡੇ ਲਈ ਇਹ ਫੈਸਲਾ ਕਰਕੇ ਕਿ ਇਹ ਕੋਈ ਨਵੀਂ ਚੀਜ਼ ਉੱਠੀ ਹੈ ਜਿਹੜੀ ਕਿ ਇਹਨਾਂ ਮੁੱਦਿਆਂ ਨੂੰ ਜੇ ਆਪਣਾ ਹਿੱਸਾ ਬਣਾ ਰਹੀ ਹੈ ਤਾਂ ਸਾਨੂੰ ਇਖਲਾਕੀ ਅਤੇ ਰਾਜਨੀਤਿਕ ਤੌਰ ਦੇ ਉੱਤੇ ਇਹਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਉਸੇ ਹੀ ਸਮੇਂ ਮੈਨੂੰ ਨਵੰਬਰ 2013 ਦੇ ਵਿੱਚ ਤਿਮਾਰਪੁਰ ਹਲਕੇ ਦੀ MLA ਦੀ ਟਿਕਟ ਦੀ ਵੀ ਆਫਰ ਪਾਰਟੀ ਦੇ ਵੱਲੋਂ ਕੀਤੀ ਗਈ। ਅਸੀਂ ਉਦੋਂ ਇਹ ਸੋਚਿਆ ਕਿ ਕੈਂਡੀਡੇਟ ਬਣਨ ਦੇ ਨਾਲੋਂ ਇੱਕ ਨਵੀਂ ਰਾਜਨੀਤੀ ਦੇ ਕੈਂਡੀਡੇਟ ਨੂੰ ਜਿਤਵਾਈਏ, ਚਿਹਰਾ ਹੋਰ ਹੋਵੇ। ਅਸੀਂ ਉਹਦੇ ਲਈ ਕੈਂਪੇਨ ਕੀਤਾ ਅਤੇ ਆਪਣੇ ਹਲਕੇ 'ਚੋਂ ਮੈਂ ਨਾ ਕਰ ਦਿੱਤੀ ਕਿ ਮੈਂ ਇਹ ਚੋਣ ਨਹੀਂ ਲੜਾਂਗਾ, ਤੁਸੀਂ ਕਿਸੇ ਨੂੰ ਵੀ ਲੈ ਕੇ ਆਓ, ਅਸੀਂ ਜਿਤਾਵਾਂਗੇ। ਅਤੇ 3500 ਵੋਟਾਂ ਦੇ ਮਾਰਜਨ ਦੇ ਉੱਤੇ ਅਸੀਂ ਆਪਣੇ ਉਮੀਦਵਾਰ ਨੂੰ ਉੱਥੋਂ ਜੇਤੂ ਕਰਵਾਇਆ। ਇਹਦੇ ਵਿੱਚੋਂ ਫਿਰ ਜੋ ਸਾਰੀ ਨਵੰਬਰ 2013 ਦੀਆਂ ਚੋਣਾਂ ਦੇ ਵਿੱਚ ਜਿੱਤੀਆਂ 28 ਸੀਟਾਂ ਨੇ ਦੇਸ਼ ਭਰ ਦੇ ਵਿੱਚ ਇੱਕ ਬੜੀ ਤਿੱਖੀ ਔਰ ਬੜੀ ਸੁਨੱਖੀ ਬਹਿਸ ਅਤੇ ਸੰਭਾਵਨਾ ਨੂੰ ਜਨਮ ਦਿੱਤਾ, ਜਿਸ ਦਾ ਕਿ ਮੈਂ ਸਮਝਦਾ ਕਿ ਪੰਜਾਬ ਤੋਂ ਆਏ ਵਲੰਟੀਅਰਾਂ ਨੇ ਨਵੰਬਰ 2013 ਦੀਆਂ ਇਲੈਕਸ਼ਨਾਂ ਦੇ ਵਿੱਚ ਅਤੇ ਉਸ ਤੋਂ ਬਾਅਦ ਦੀ ਹੋਈ ਜਿੱਤ ਦੇ ਨਾਲ ਪੰਜਾਬ ਦੇ ਵਿੱਚ ਜੋ ਹੁਲਾਰਾ ਵਲੰਟੀਅਰਾਂ ਨੇ ਲਿਆਂਦਾ, ਇਸ ਨੇ ਵੀ ਇੱਕ ਮੁਕਾਮ ਪੈਦਾ ਕੀਤਾ। ਇਹੀ ਉਹ ਵੇਲਾ ਸੀ ਜਦੋਂ ਪਾਰਟੀ ਦੇ ਵੱਲੋਂ ਮੈਨੂੰ ਆਖਿਆ ਗਿਆ ਕਿ ਪੰਜਾਬ ਦੇ ਬਾਰੇ ਕੋਈ ਦ੍ਰਿਸ਼ਟੀ ਪੱਤਰ, ਪੰਜਾਬ ਦੇ ਬਾਰੇ ਕੋਈ ਰਣਨੀਤਿਕ ਪਹੁੰਚ ਕਿਵੇਂ ਹੋਵੇ, ਕੁਛ ਇਸ ਦੇ ਬਾਬਤ ਮੈਂ ਆਪਣੀਆਂ ਉਹਨਾਂ ਨੂੰ ਸੁਝਾਅ ਅਤੇ ਇਨਪੁਟਸ ਦਿੱਤੀਆਂ। ਡਿਸਕਸ਼ਨਸ ਦਾ ਦੌਰ ਚੱਲਿਆ ਅਤੇ ਇੱਥੋਂ ਫਿਰ ਇਹ ਗੱਲ ਨਿਕਲੀ ਕਿ ਯੋਗਿੰਦਰ ਯਾਦਵ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ। ਨਵੀਂ ਇੱਕ ਕੈਂਪੇਨ ਕਮੇਟੀ ਦੀ ਸਿਰਜਣਾ ਹੋਈ, ਜਿਸ ਦੇ ਵਿੱਚ ਮੈਨੂੰ ਉੱਥੇ ਸਰਬਸੰਮਤੀ ਦੇ ਨਾਲ ਆਪਣਾ ਬੁਲਾਰਾ ਚੁਣਿਆ ਗਿਆ 14 ਫਰਵਰੀ ਨੂੰ। ਇਸ ਲਿਹਾਜ਼ ਦੇ ਨਾਲ ਫਿਰ 20 ਫਰਵਰੀ ਨੂੰ ਮੈਨੂੰ ਸਰਬਸੰਮਤੀ ਦੇ ਨਾਲ ਪੰਜਾਬ ਦੀ ਯੂਨਿਟ ਨੇ ਆਪਣਾ ਕਨਵੀਨਰ ਚੁਣਿਆ ਜਲੰਧਰ ਦੇ ਵਿੱਚ, ਕੈਂਪੇਨ ਕਮੇਟੀ ਨੇ। ਔਰ ਇਸ ਲਿਹਾਜ਼ ਦੇ ਨਾਲ ਫਿਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਿਆਸਤ ਨੂੰ ਸਥਾਪਿਤ ਕਰਨ ਦਾ ਦੌਰ, ਜਿਹੜਾ ਕਿ ਪਹਿਲਾਂ ਵਲੰਟੀਅਰਾਂ ਨੇ ਇੱਕ ਪੜਾਅ ਤੱਕ ਲੈ ਆਂਦਾ ਸੀ, ਉਸ ਨੂੰ ਚੋਣਾਂ ਤੱਕ ਲਿਜਾਣ ਦਾ ਅਤੇ ਨਿਭਾਉਣ ਦਾ ਦੌਰ ਮੇਰੇ ਜ਼ਿੰਮੇ ਆਇਆ ਔਰ ਸਾਡੀ ਟੀਮ ਦੇ ਨਾਲ ਉਸ ਦੇ ਵਿੱਚ ਫਿਰ ਅੱਗੇ ਨਿਭੇ। ਜਦੋਂ ਤੱਕ ਚੋਣਾਂ ਮੁਕੰਮਲ ਹੋਈਆਂ ਜੀ, ਪੰਜਾਬ ਲਈ ਦੋਏ ਕਿਸਮ ਦੇ ਉਹਦੇ ਵਿੱਚੋਂ ਸੁਨੇਹੇ ਸੀ।
ਜਿਹੜੀ ਤੁਸੀਂ ਸੁਨੱਖੀ ਬਹਿਸ ਦੀ ਸ਼ੁਰੂਆਤ ਦੀ ਗੱਲ ਕੀਤੀ ਹੈ ਜੀ ਉਹ ਬਦਕੋਹੀਆਂ ਤੱਕ ਪੰਜਾਬ ਦੇ ਵਿੱਚ ਹੀ ਪਹੁੰਚੀ। ਹਾਂ ਜਦੋਂ ਚੋਣ ਦੇ ਬਾਰੇ ਇਹ ਲੱਗ ਰਿਹਾ ਸੀ ਕਿ 40-50 ਸੀਟਾਂ ਆਮ ਆਦਮੀ ਪਾਰਟੀ ਪੂਰੇ ਮੁਲਕ 'ਚ ਜਿੱਤ ਜਾਏਗੀ, ਜੀ ਪੂਰੇ ਮੁਲਕ 'ਚ ਹਾਰ ਗਈ, ਪਰ ਪੰਜਾਬ ਦੇ ਵਿੱਚ 4 ਸੀਟਾਂ ਵੀ ਜਿੱਤ ਗਈ ਤੇ ਵੋਟਾਂ ਵੱਡੀ ਗਿਣਤੀ ਤੱਕ ਦੇ ਵਿੱਚ ਪਈਆਂ, 33 ਲੱਖ ਹਾਂਜੀ 33 ਲੱਖ ਵੋਟਾਂ ਪਈਆਂ। ਜੀ ਉਹ ਤੋਂ ਬਾਅਦ ਹੂੰ ਜਿਹੜੀ ਕਿਸ ਤਰੀਕੇ ਨਾਲ ਬਣਤਰ ਹੋਊ, ਕੌਣ ਆਗੂ ਹੋਊ, ਇਸ ਗੱਲ ਦੀ ਜਿਹੜੀ ਬਹਿਸ ਹੈ ਹੂੰ ਉਹਨੂੰ ਘੱਟੋ ਘੱਟ ਸੁਨੱਖੀ ਤਾਂ ਨਹੀਂ ਕਿਹਾ ਜਾ ਸਕਦਾ। ਉਹਦੇ ਬਾਰੇ ਤੁਸੀਂ ਕੀ ਕਹੋਗੇ? ਹਾਂਜੀ, ਉਹ ਪ੍ਰਕਿਰਿਆ ਦੇ ਬਾਬਤ ਬੜੇ ਜਾਇਜ਼ ਸਵਾਲ ਨੇ। ਵਲੰਟੀਅਰਾਂ ਦੀ ਮਿਹਨਤ ਨੂੰ ਜਿਵੇਂ ਅਣਦੇਖਿਆ ਕੀਤਾ ਗਿਆ, ਪਾਰਟੀ ਨੇ ਜਿਹੜਾ ਉਸ ਦਾ ਕੋਈ ਮੁਕੰਮਲ ਢਾਂਚਾਗਤ ਰਿਵਿਊ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ, ਵਲੰਟੀਅਰਾਂ ਦੀ ਰਾਏ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ, ਸਗੋਂ ਬਹੁਤ ਸਾਰੇ ਜਿਹੜੇ ਬੰਦੇ ਉਮੀਦਵਾਰ ਸਨ ਤੁਸੀਂ ਉਹਨਾਂ ਨੂੰ ਜਥੇਬੰਦੀ ਦੇ ਉੱਤੇ ਲਾ ਦਿੱਤਾ। ਚੰਗਾ ਉਮੀਦਵਾਰ ਹੋਣਾ ਤੇ ਚੰਗਾ ਜਥੇਬੰਦਕ ਆਗੂ ਹੋਣਾ ਦੋ ਵੱਖਰੀਆਂ ਵੱਖਰੀਆਂ ਗੱਲਾਂ ਨੇ। ਉਸ ਲਿਹਾਜ਼ ਦੇ ਨਾਲ ਪਾਰਟੀ ਦੇ ਸੰਗਠਨ ਦੇ ਵਿੱਚ ਬੜੀਆਂ ਆਪਸੀ ਬੇਵਿਸ਼ਵਾਸੀ ਅਤੇ ਆਪਸੀ ਰਵਾਦਾਰੀ ਦੀ ਘਾਟ ਸਾਫ਼ ਦਿਸਣ ਲੱਗੀ ਔਰ ਇਹ ਮਹਿਸੂਸ ਹੋਇਆ ਕਿ ਵਲੰਟੀਅਰਾਂ ਨੂੰ ਇਹ ਲੱਗਿਆ ਕਿ ਜਿਹੜੀ ਸਾਡੀ ਮਿਹਨਤ ਤੇ ਜਜ਼ਬਾ ਔਰ ਜਿਹੜੀ ਸਾਡੀ ਪੂਰੀ ਦੀ ਪੂਰੀ ਇੱਕ ਸਰਗਰਮੀ ਸੀ, ਕਿਤੇ ਨਾ ਕਿਤੇ ਉਹ ਜ਼ਾਇਆ ਚਲੀ ਗਈ ਹੈ, ਅਜਾਈ ਨਾ ਚਲੀ ਗਈ ਹੋਵੇ। ਔਰ ਉਸ ਦੇ ਵਿੱਚ ਅਸੀਂ ਵੀ ਦੇਖਦੇ ਹਾਂ ਕਿ ਲਗਭਗ ਕੋਈ ਕਾਰਵਾਈ ਪੰਜਾਬ ਦੇ ਵਿੱਚ 2014 ਦੀਆਂ ਚੋਣਾਂ ਤੋਂ ਬਾਅਦ ਘੱਟ ਹੁੰਦੀ ਹੈ। ਜ਼ਿਮਨੀ ਚੋਣਾਂ ਦੇ ਬੜੇ ਮਾੜੇ ਨਤੀਜੇ ਰਹੇ ਪਾਰਟੀ ਦੇ ਲਈ। ਪਾਰਟੀ ਉਸ ਤੋਂ ਬਾਅਦ ਪੰਜਾਬ ਦੇ ਵਿੱਚੋਂ ਪਰ ਜ਼ਿਮਨੀ ਚੋਣਾਂ ਨੂੰ ਤਾਂ ਕੋਈ ਮਿਆਰ ਨਹੀਂ ਮੰਨਿਆ ਜਾ ਸਕਦਾ ਨਾ। 1997 ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਜ਼ਿਮਨੀ ਚੋਣ ਹੈ ਉਹ ਸਿਰਫ ਪਟਿਆਲੇ ਤੋਂ ਕਾਂਗਰਸ ਜਿੱਤੀ ਹੈ। ਉਹ ਵੀ ਤੁਹਾਨੂੰ ਪਤਾ ਕਿ ਵੀ ਇੱਕ ਤਰੀਕੇ ਦੀ ਰਿਆਸਤੀ ਸੀਟ ਹੈ ਤੇ ਇੱਕ ਤਰੀਕੇ ਨਾਲ ਇਹ ਵੀ ਗੱਲ ਚੱਲਦੀ ਹੈ ਕਿ ਵੀ ਦੋਨਾਂ ਪਾਰਟੀਆਂ ਦਾ ਆਪਸ ਦੇ ਵਿੱਚ ਸਮਝੌਤਾ ਸੀਗਾ ਕਿ ਆਹ ਤੁਸੀਂ ਜਿੱਤ ਲਓ, ਤੁਸੀਂ ਜਿੱਤ ਲਓ। ਉਂਝ ਪੰਜਾਬ ਦੇ ਵਿੱਚ ਜ਼ਿਮਨੀ ਚੋਣ ਜਿਹੜੀ ਆਮ ਤੌਰ ਦੇ ਉੱਤੇ ਸਰਕਾਰ ਹੀ ਜਿੱਤਦੀ ਹੈ ਤੇ ਉਹਨੂੰ ਕੋਈ ਮਤਲਬ ਇੱਕ ਤਰ੍ਹਾਂ ਦੀ ਟਿੱਪਣੀ ਨਹੀਂ ਮੰਨਿਆ ਜਾ ਸਕਦਾ। ਗੱਲ ਟਿੱਪਣੀ ਦੀ ਨਹੀਂ ਹੈ। ਗੱਲ ਇਹ ਹੈ ਕਿ ਤੁਸੀਂ ਉਸ ਦੇ ਵਿੱਚੋਂ ਸਬਕ ਕੀ ਲੈਂਦੇ ਹੋ। ਗੱਲ ਇਹ ਹੈ ਕਿ ਤੁਸੀਂ ਉਸ ਦੇ ਵਿੱਚ ਆਪਣੇ, ਜੇ ਤੁਸੀਂ ਇੱਕ ਨਵੀਂ ਲੜਾਈ ਦੇ ਵਿੱਚ ਆਏ ਹੋ, ਤੁਸੀਂ ਉਸ ਨੂੰ ਕਿੰਨੀ ਤਿਆਰੀ ਦੇ ਨਾਲ ਲੜਨ ਜਾਂਦੇ ਹੋ। ਤੁਸੀਂ ਉਹਦੇ ਲਈ ਕੈਂਡੀਡੇਟ ਸਿਲੈਕਸ਼ਨ ਤੋਂ ਲੈ ਕੇ ਕਿੰਨੀ ਪਹਿਲਾਂ ਤੋਂ ਆਪਣਾ ਕੈਂਪੇਨ ਖੜਾ ਕਰਦੇ ਹੋ, ਉਹਨੂੰ ਕਿੰਨੇ ਸੁਚੱਜੇ ਸਵਾਰੇ ਢੰਗ ਦੇ ਨਾਲ ਚਲਾਉਣੀ, ਕਿਉਂਕਿ ਉਹ ਇੱਕ ਲੜਾਈ ਦਾ ਤਾਂ ਹਿੱਸਾ ਹੈ ਨਾ। ਮੈਂ ਜ਼ਿਮਨੀ ਚੋਣ ਦੀ ਪਰਫਾਰਮੈਂਸ ਦੀ ਗੱਲ ਸਿਰਫ ਨਹੀਂ ਕਰ ਰਿਹਾ ਕਿ ਵੋਟਾਂ ਕਿੰਨੀਆਂ ਪਈਆਂ, ਮੈਂ ਕਹਿ ਰਿਹਾ ਕਿ ਉਸ ਨੂੰ ਲੜਨ ਦੀ ਤਿਆਰੀ ਨੂੰ ਵੀ ਕਿਸ ਤਰ੍ਹਾਂ ਦੇ ਨਾਲ ਕੈਂਡੀਡੇਟ ਬਦਲੇ ਗਏ, ਕਿਉਂ ਚੁਣੇ ਗਏ, ਫਿਰ ਉਹ ਬਦਲੇ ਗਏ, ਕਿਸ ਤਰ੍ਹਾਂ ਦੇ ਨਾਲ ਵਲੰਟੀਅਰ ਟੁੱਟੇ ਜੁੜੇ, ਇਹ ਇਹਨਾਂ ਸਾਰੀਆਂ ਚੀਜ਼ਾਂ ਨੇ ਪਾਰਟੀ ਦੀ ਸਮਝਦਾਰੀ ਪੰਜਾਬ ਨੂੰ ਲੈ ਕੇ ਕੀ ਹੈ ਉਹਦੇ ਪ੍ਰਤੀ ਵੀ ਕੁਝ ਬੜੇ ਵਾਜਬ ਜਾਂ ਕੁਝ ਸਵਾਲ ਵੀ ਖੜੇ ਹੋਣੇ, ਖਦਸ਼ੇ ਵੀ ਖੜੇ ਹੋਣੇ ਸ਼ੁਰੂ ਹੋਏ ਕਿ ਇਹ ਕਿਉਂ ਨਹੀਂ ਇਹਨਾਂ ਚੀਜ਼ਾਂ ਨੂੰ ਅੱਗੇ ਸਮਝ ਰਹੇ। ਇੱਕ ਗੱਲ ਮੈਂ ਇਹ ਕਹਿਣੀ ਚਾਹੂੰਗਾ। ਦੂਜੀ ਗੱਲ ਮੈਂ ਇਹ ਕਹਿਣੀ ਚਾਹੂੰਗਾ ਕਿ ਇਹਦੇ ਬਾਵਜੂਦ ਲੋਕਾਂ ਨੇ ਜਿਹੜੀ ਇੱਕ ਵੱਡੀ ਸਫਲਤਾ ਹਾਸਲ ਕੀਤੀ ਆਪਣੇ ਲਈ ਕਿ ਅਸੀਂ ਸਮੇਂ ਦੀ ਸਰਕਾਰ ਦੀਆਂ ਗੋਦੜੀਆਂ ਲਵਾਤੀਆਂ 2014 ਦੇ ਵਿੱਚ, ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਹੋਰ ਕੁਝ ਨਾ ਸਹੀ ਪਰ ਇੱਕ ਪ੍ਰਮੁੱਖ ਵਿਰੋਧੀ ਧਿਰ ਦੇ ਵਜੋਂ ਸਥਾਪਿਤ ਹੋਏਗੀ ਕਾਂਗਰਸ ਦੇ ਮੁਕਾਬਲੇ। ਇਹ ਇੱਕ ਲੋਕਾਂ ਦੀ ਬੜੀ ਵੱਡੀ ਸਫਲਤਾ ਸੀ। ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਜ਼ਿਆਦਾ ਹਾਂ ਪੱਖੂ ਤਬਦੀਲੀਆਂ ਦੀ ਵੀ ਸ਼ੁਰੂਆਤ ਪੰਜਾਬ ਦੇ ਵਿੱਚ ਹੋਈ, ਮਾਹੌਲ ਖੁੱਲ੍ਹਿਆ, ਉਹਦੇ ਵਿੱਚ ਹੋਰ ਲਹਿਰਾਂ ਉੱਠੀਆਂ, ਜਿਹੜੀ ਜਮਹੂਰੀ ਸਪੇਸ ਆ ਉਹ ਹੋਰ ਵਿਸ਼ਾਲ ਹੋਈ। ਮੈਂ ਸਮਝਦਾ ਕਿ ਜਿਹੜੀ ਫਰੀਦਕੋਟ ਦੀ ਐਕਸ਼ਨ ਕਮੇਟੀ ਦਾ ਕੰਮ ਸੀ ਉਹ ਬਹੁਤ ਲਾਸਾਨੀ ਨੁਮਾਇਆਂ ਕੰਮ ਹੈ, ਮਿਸਾਲੀ ਕੰਮ ਹੈ। ਪੱਕਾ ਕਿਸਾਨ ਮੋਰਚਾ ਲੱਗਦਾ ਹੈ। ਮੋਗੇ ਦੀ ਔਰਬਿਟ ਬੱਸ ਕਾਂਡ ਵਾਲੀ ਐਜੀਟੇਸ਼ਨ ਹੈ। ਤੁਸੀਂ ਉਸ ਤੋਂ ਬਾਅਦ ਦੇਖੋ ਕਿ ਹੁਣ ਬੇਅਦਬੀ ਵਾਲੀਆਂ ਵੀ ਜਿਹੜੀਆਂ ਘਟਨਾਵਾਂ ਵਾਪਰੀਆਂ ਔਰ ਉਹਨਾਂ ਦੇ ਬਾਅਦ 'ਚ ਜਿਸ ਤਰ੍ਹਾਂ ਦੇ ਨਾਲ ਲੋਕਾਂ ਦਾ ਵਿਰੋਧ ਦਾ ਲਾਵਾ ਫੁੱਟਿਆ ਤੇ ਉਹ ਅਰਾਜਕ ਨਹੀਂ ਹੋਇਆ। ਇਹ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਆਪਣੀ ਸਰਗਰਮੀ ਨੂੰ ਘਟਾਇਆ ਨਹੀਂ ਹੈ, ਉਹਨੂੰ ਕਿਸੇ ਦੇ ਕੋਲ ਗਹਿਣੇ ਨਹੀਂ ਪਾਤਾ, ਉਹਨਾਂ ਨੇ ਆਪਣੀ ਸਰਗਰਮੀ ਨੂੰ ਆਜ਼ਾਦ ਰੱਖਿਆ ਹੋਇਆ ਔਰ ਉਹਦੇ ਵਿੱਚੋਂ ਇੱਕ ਕੋਈ ਅਗਵਾਈ ਦੇਣ ਦੀ ਵੀ ਕੋਸ਼ਿਸ਼ ਕਰ ਰਹੀਆਂ ਨੇ। ਇੱਕ ਸਵਾਲ ਜਿਹੜਾ ਮੈਂ ਵਿੱਚ ਪੁੱਛਣਾ ਚਾਹੁੰਦਾ ਉਹ ਇਹ ਹੈ ਕਿ ਤੁਸੀਂ ਕਿਹਾ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੇ ਜਿਹੜਾ ਉਹਨਾਂ ਦਾ ਗੁੱਸਾ ਹੈ ਨਿਜ਼ਾਮ ਦੇ ਖਿਲਾਫ, ਸਰਕਾਰ ਦੇ ਖਿਲਾਫ, ਉਹਨੂੰ ਕਾਇਮ ਰੱਖਿਆ ਤੇ ਕਿਸੇ ਕੋਲ ਗਹਿਣੇ ਨਹੀਂ ਪਾਇਆ। ਜੀ ਜੀ, ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਤੇ ਮੈਨੂੰ ਇਹ ਗੱਲ ਲੱਗਦੀ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਪਹਿਲਾਂ ਪੰਜਾਬ ਪੀਪਲਸ ਪਾਰਟੀ ਦੇ ਨਾਂ ਦੇ ਉੱਤੇ ਇੱਕ ਉਭਾਰ ਆਇਆ, ਫਿਰ ਆਮ ਆਦਮੀ ਪਾਰਟੀ ਦੇ ਨਾਂ ਦੇ ਉੱਤੇ ਉਭਾਰ ਆਇਆ ਤੇ ਹੁਣ ਬੇਅਦਬੀ ਦੇ ਨਾਂ ਦੇ ਉੱਤੇ ਉਭਾਰ ਆਇਆ। ਕੀ ਇਹ ਜਿਹੜਾ ਉਭਾਰ ਹੀ ਗੱਲ ਚੱਲ ਰਹੀ ਹੈ ਜਾਂ ਇਹਦੇ ਵਿੱਚੋਂ ਇੱਕ ਜਿਹੜਾ ਫੌਰੀ ਮਸਲਿਆਂ ਦੀ ਗੱਲ ਕਰਦਿਆਂ ਕਿਤੇ ਕੋਈ ਚਿਰਕਾਲੀ ਉਭਾਰ ਵੀ ਦਿਖਾਈ ਦਿੰਦਾ? ਮੈਂ ਸਮਝਦਾ ਵੀ ਬਹੁਤ ਹੀ ਵਾਜਬ ਤੇ ਮੈਂ ਸਮਝਦਾ ਮੁਕੰਮਲ ਇੱਕ ਇਹ ਮਸਲਾ ਹੈ।
ਮੁੱਦਾ ਇਹ ਹੈ ਕਿ ਜੇ ਆਪਾਂ ਗੌਰ ਨਾਲ ਦੇਖੀਏ ਤਾਂ ਪੰਜਾਬ ਦੇ ਲੋਕ ਸਨ 1999 ਦੀਆਂ ਲੋਕ ਸਭਾ ਚੋਣਾਂ ਵੇਲੇ ਹੀ ਕਿਸੇ ਆਲਟਰਨੇਟਿਵ ਦੇ ਵੱਲ ਜਾਣਾ ਚਾਹ ਰਹੇ ਸੀ, ਉਹ ਨਹੀਂ ਨਿਭਿਆ। ਕਦੇ ਲੋਕਾਂ ਨੇ ਜਗਮੀਤ ਬਰਾੜ ਦੇ ਉੱਤੇ ਵੀ ਐਵੇਂ ਯਕੀਨ ਕੀਤਾ, ਉਹ ਨਹੀਂ ਨਿਭਿਆ। ਕਦੇ ਲੋਕਾਂ ਨੇ ਬਲਵੰਤ ਸਿੰਘ ਰਾਮੂਵਾਲੀਆ ਹੁਣਾਂ ਨੂੰ ਵੀ ਬੜਾ ਮੁਹੱਬਤ ਦਿੱਤੀ, ਨਹੀਂ ਨਿਭ ਸਕੇ। ਕਦੇ ਉਹ ਪੰਜਾਬ ਪੀਪਲਜ਼ ਪਾਰਟੀ ਵੱਲ ਆਉਂਦੇ ਨੇ, ਮਾੜੀਆਂ ਵੋਟਾਂ ਨਹੀਂ ਪਈਆਂ, ਜੋ ਵੀ ਉਹਦੇ ਨਤੀਜੇ ਰਹੇ ਹੋਣ ਉਹਨਾਂ ਨੂੰ ਵਗਣਾ ਚਾਹੀਦਾ ਸੀ, ਉਹਨਾਂ ਨੇ ਵੀ ਕਿਤੇ ਲੋਕਾਂ ਨੂੰ ਨਿਰਾਸ਼ ਕੀਤਾ। ਇਸ ਤੋਂ ਬਾਅਦ ਇੱਕ ਚੀਜ਼ ਹੋਰ ਹੋਈ ਸੀ, ਉਹ ਇਹ ਹੋਇਆ ਕਿ ਪੰਚਾਇਤੀ ਚੋਣਾਂ ਨੂੰ ਅਸੀਂ ਪਿਛਲੀਆਂ ਨੂੰ ਕਈ ਵਾਰੀ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਉਹਦੇ ਵਿੱਚ ਬਹੁਤ ਪਿੰਡਾਂ ਦੇ ਵਿੱਚ ਇਹ ਗੱਲ ਦੇਖਣ ਨੂੰ ਮਿਲੀ ਕਿ ਨੌਜਵਾਨਾਂ ਨੇ ਨਸ਼ੇ ਦੇ ਮੁੱਦੇ ਦੇ ਉੱਤੇ ਚੋਣ ਖੜੀ ਕੀਤੀ ਤੇ ਔਰਤਾਂ ਦਾ ਵੱਡੀ ਗਿਣਤੀ ਦੇ ਵਿੱਚ ਸਮਰਥਨ ਉਹਨਾਂ ਨੌਜਵਾਨਾਂ ਦੇ ਨਾਲ ਜੁੜਿਆ ਔਰ ਉਹ ਜੇਤੂ ਹੋਏ ਆਪੋ ਆਪਣੇ ਪਿੰਡਾਂ ਦੇ ਵਿੱਚ। ਮੈਂ ਇਸ ਪ੍ਰਕਿਰਿਆ ਨੂੰ ਵੀ ਬਹੁਤ ਨਜ਼ਦੀਕੀ ਢੰਗ ਦੇ ਨਾਲ ਵਾਚ ਰਿਹਾ ਸੀ ਔਰ ਮੈਂ ਇਹ ਵੇਖਿਆ ਕਿ ਅਜਿਹੇ ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਲਈ ਵੋਟ ਤੇ ਸਮਰਥਨ ਵੱਡੀ ਗਿਣਤੀ ਦੇ ਵਿੱਚ ਆਇਆ। ਸੋ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਚੱਲ ਰਹੀਆਂ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਪਲੇਟਫਾਰਮ ਮੰਨ ਕੇ ਲੋਕਾਂ ਨੇ ਆਪਣਾ ਮਤ ਦਿੱਤਾ। ਇਹ ਹੁਣ ਆਮ ਆਦਮੀ ਪਾਰਟੀ ਦੇ ਸਾਹਮਣੇ ਬਹੁਤ ਵੱਡੀ ਚੁਣੌਤੀ ਹੈ ਕਿ ਉਸ ਨੇ ਪੰਜਾਬ ਦੇ ਲੋਕਾਂ ਦੇ ਅੰਦਰ ਚੱਲ ਰਹੀ ਇਸ ਤਬਦੀਲੀ ਦੀ ਭਾਵਨਾ ਨੂੰ ਕੋਈ ਅਗਾਂਹ ਦਾ ਪੜਾਅ ਦੇਣਾ ਹੈ, ਕੋਈ ਨਵਾਂ ਮਿਆਰ ਖੜਾ ਕਰਨਾ ਹੈ, ਕੋਈ ਚਿਰਕਾਲੀ ਸੰਸਥਾ ਅਦਾਰਾ ਦੇ ਤੌਰ ਦੇ ਉੱਤੇ ਕੋਈ ਵੱਡਾ ਵੱਢ ਪਾਉਣਾ ਹੈ ਕਿ ਇਸ ਨੇ ਸਿਰਫ ਸੱਤਾ ਪਰਿਵਰਤਨ ਤੱਕ ਦੀ ਹੀ ਰਾਜਨੀਤੀ ਕਰਨੀ ਹੈ। ਸਾਨੂੰ ਜਿਹੜੇ ਸੰਕੇਤ ਮਿਲ ਰਹੇ ਨੇ ਕਿ ਪਾਰਟੀ ਆਪਣੇ ਉਸ ਜਾਂ ਪੰਜਾਬੀਆਂ ਦੀ ਇੱਕ ਉਸ ਵੱਡੀ ਉਮੰਗ ਨੂੰ ਕਿਤੇ ਨਾ ਕਿਤੇ ਸਿਰਫ ਸੱਤਾ ਪਰਿਵਰਤਨ ਜਾਂ ਸੀਟਾਂ ਜਿੱਤਣ ਦੇ ਮੁਕਾਬਲੇ ਤੱਕ ਹੀ ਮਹਿਦੂਦ ਕਰ ਚੁੱਕੀ ਹੈ। ਇਹ ਪੰਜਾਬ ਦੀਆਂ ਸੰਭਾਵਨਾਵਾਂ ਦੀ ਸਮਗਲਿੰਗ ਹੈ।